कि अलहमदुलिल्लाह ਇਹ ਉਹ ਇੰਡਸਟਰੀ ਹੈ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਤੁਹਾਨੂੰ ਰੈਵਨਿਊ ਦੇ ਰਹੀ ਹੈ। ਇਹਨਾਂ ਨੂੰ ਗੈਬਕੋ ਵਾਲਿਆਂ ਨੂੰ ਸਾਰਿਆਂ ਨਾਲੋਂ ਜ਼ਿਆਦਾ ਵੱਡੇ ਕੰਜ਼ਿਊਮਰ ਅਸੀਂ ਆ, ਸਾਰਿਆਂ ਨਾਲੋਂ ਜ਼ਿਆਦਾ ਰੈਵਨਿਊ ਦੇਣ ਵਾਲੇ ਅਸੀਂ FBR ਨੂੰ ਅਸੀਂ ਆ। ਇੱਕ ਦੁਨੀਆ ਦੇ ਵਿੱਚ ਦੇਖੋ ਤਰੀਕਾਕਾਰ ਨਹੀਂ ਹੈ ਕਿ ਤੁਸੀਂ ਇੱਕ ਪ੍ਰੋਡਕਟ ਅੱਜ ਬਣਾਉਂਦੇ ਹੋ, ਅੱਜ ਪ੍ਰੋਡਕਟ ਬਣਾ ਕੇ ਮਾਰਕੀਟ ਸੇਲ ਕਰ ਦਿੰਦੇ ਹੋ, 2 ਮਹੀਨੇ ਬਾਅਦ ਤੁਸੀਂ ਕਹਿੰਦੇ ਹੋ ਜੀ ਕਿ ਤੁਹਾਨੂੰ ਇਹ ਫਿਊਲ ਐਡਜਸਟਮੈਂਟ ਦੇ ਮੱਧ 'ਚ ਇੰਨੇ ਪੈਸੇ ਜਮ੍ਹਾਂ ਕਰਾਉਣੇ ਪੈਣੇ ਨੇ, ਜਦੋਂ ਕਿ ਉਸ ਮਹੀਨੇ ਦੇ ਵਿੱਚ ਦਸੰਬਰ ਦੇ ਵਿੱਚ ਮੈਂ ਆਪਣਾ ਪ੍ਰੋਡਕਟ ਬਣਾ ਕੇ ਵੇਚ ਕੇ ਨਫਾ ਨੁਕਸਾਨ ਕਰਕੇ ਸੇਲ ਕਰ ਚੁੱਕੇ ਹਾਂ। ਹੁਣ 2 ਮਹੀਨੇ ਬਾਅਦ ਮੈਨੂੰ ਕੱਲ ਪਰਸੋਂ ਬਿੱਲ ਆਇਆ 1.5-2 ਕਰੋੜ ਰੁਪਏ ਦਾ, ਜਿਹੜਾ ਇੱਕ ਫਰਨਸ ਦਾ ਆਇਆ ਹੈ। ਉਹਨਾਂ ਨੇ ਕਿਹਾ ਜੀ ਤੁਹਾਨੂੰ ਫਿਊਲ ਐਡਜਸਟਮੈਂਟ ਦੀ ਮੱਝ ਤੁਸੀਂ ਜਮ੍ਹਾਂ ਕਰਾਓ। ਹੁਣ ਦੱਸੋ ਇਹਨਾਂ ਹਾਲਾਤ ਵਿੱਚ ਜਿਹੜਾ ਆਲਰੇਡੀ ਨੁਕਸਾਨ 'ਚ ਕਰਕੇ ਦਸੰਬਰ ਦਾ ਮਹੀਨਾ ਕਲੋਜ਼ ਕੀਤਾ ਸੀ, ਹੁਣ 1.5-2 ਮਹੀਨੇ ਬਾਅਦ ਹੁਣ 2 ਕਰੋੜ ਰੁਪਇਆ ਜਾਂ 1.5 ਕਰੋੜ ਰੁਪਇਆ ਅਦਾ ਕਰਨਾ ਕਿੰਨਾ ਮੁਸ਼ਕਲ ਹੈ। ਇੰਡਸਟਰੀ ਰਿਵਾਈਵ ਹੋਣ ਵਾਸਤੇ ਇਹਨਾਂ ਨੂੰ ਚਾਹੀਦਾ ਜਿਹੜੇ ਮੁਤਲਕਾ ਸੈਕਟਰ ਦੇ ਜਿਹੜੇ ਇੰਡਸਟਰੀਅਲਿਸਟ ਹੈ ਨੇ ਉਹਨਾਂ ਨੂੰ ਗਵਰਨਮੈਂਟ ਔਨ ਬੋਰਡ ਲਵੇ, ਉਹਨਾਂ ਦੇ ਇਸ਼ੂਜ਼ ਨੇ, ਉਹਨਾਂ ਦੇ ਤਹਫੁਜ਼ਾਤ ਨੇ, ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਉਹਨਾਂ ਜਦੋਂ ਪਾਲਿਸੀਆਂ ਸੀ ਉਹਨਾਂ ਦੇ ਮੁਤਾਬਕ ਮੁਰਤਬ ਦੇਵਾਂਗੇ, ਜਿਹੜੀਆਂ ਗਵਰਨਮੈਂਟ ਜਿਹੜੀਆਂ ਬਿਜ਼ਨਸ ਫਰੈਂਡਲੀ ਹੋਣਗੀਆਂ ਤੇ ਸਾਰਾ ਇਕਨੋਮੀ ਦਾ ਪਹੀਆ ਵੀ ਚੱਲੇਗਾ, ਇੰਡਸਟਰੀ ਦਾ ਪਹੀਆ ਵੀ ਚੱਲੇਗਾ। ਖਾਲੀ ਕੰਸਟਰਕਸ਼ਨ ਦੇ ਨਾਲ 36 ਕਲਸਟਰ ਜਿਹੜੇ ਵਿਵਸਥਾ ਨੇ, 36 ਇੰਡਸਟਰੀਆਂ ਚੱਲਦੀਆਂ ਨੇ। ਖਾਲੀ ਇੰਡਸਟਰੀ ਇੱਕ ਨਹੀਂ ਚੱਲਦੀ, ਕੰਸਟਰਕਸ਼ਨ ਦੇ ਨਾਲ 36 ਇੰਡਸਟਰੀਆਂ ਚੱਲ ਪੈਣੀਆਂ ਨੇ। ਅਗਰ ਗਵਰਨਮੈਂਟ ਇਹਦੇ ਵੱਲ ਤਵੱਜੋ ਦਿੰਦੀ ਹੈ ਤੇ ਸਮਝ ਲਓ ਕਿ 36 ਇੰਡਸਟਰੀਆਂ ਦੇ ਵਿੱਚ ਜਾਨ ਆ ਜਾਂਦੀ ਹੈ। ਗਵਰਨਮੈਂਟ ਅਗਰ ਬਿਜਲੀ ਦਾ ਟੈਰਿਫ ਥੱਲੇ ਕਰਦੀ ਏ, ਇਹਦੇ ਨਾਲ ਦੇਖੋ ਇੱਕ ਤੁਹਾਡੀ ਸਾਰੀ ਇੰਡਸਟਰੀ 'ਚ ਦੁਬਾਰਾ ਜਾਨ ਪੈ ਜਾਏਗੀ, ਇੰਡਸਟਰੀ ਚੱਲ ਜਾਏਗੀ, ਆਪਣੇ ਪੈਰਾਂ ਤੇ ਖਲੋ ਜਾਏਗੀ। ਜਦੋਂ ਇੰਡਸਟਰੀ ਖਲੋਏਗੀ ਜ਼ਾਹਿਰੀ ਗੱਲ ਹੈ ਇੰਪਲੋਇਮੈਂਟ ਜਨਰੇਟ ਹੋਏਗੀ, ਰੋਜ਼ਗਾਰ ਜਨਰੇਟ ਹੋਏਗਾ ਔਰ ਲੋਕਾਂ ਦੇ ਖੁਸ਼ਹਾਲੀ ਆਏਗੀ। ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਅਨਕੰਪੈਟੀਟਿਵ ਹੋ ਗਏ ਹਾਂ ਤੇ ਲੋਕਲ ਮਾਰਕੀਟ ਸਾਡੀ ਆਲਰੇਡੀ ਡਿਸਟਰਬ ਹੋਈ ਹੈ, ਕਿਉਂਕਿ ਇੰਨੀ ਮਹਿੰਗਾਈ ਹੋ ਗਈ ਹੈ ਕਿ ਲੋਕ ਤੁਹਾਡੀ ਜਿਵੇਂ ਗੱਲ ਕਹਿੰਦੇ ਹੋ 5 ਮਰਲੇ ਦਾ ਕਿ 3 ਮਰਲੇ ਦਾ ਘਰ ਬਣਾਉਣ ਜੋਗੇ ਵੀ ਨਹੀਂ ਹੈ। ਲੋਕਾਂ ਦੇ ਸਾਰੇ ਬਜਟ ਆਊਟ ਹੋ ਗਏ ਨੇ। बिस्मिल्लाहिर्रहमानिर्रहीम। प्यारे वेखण वालिओ, साडे मोहतरम वज़ीर आज़म पाकिस्तान जनाब मियाँ मुहम्मद शहबाज शरीफ साहब ते साडी मोहतरमा वज़ीर आला पंजाब मरियम नवाज शरीफ साहिबा मुल्को कौम दी खिदमत दे विच माशाअल्लाह हमातन मसरूफ ने। रमज़ान शरीफ दा पाक महीना है। ਅੱਜ ਦੇ ਜਿਹੜੇ ਸਾਡੇ ਅਖਬਾਰਾਤ ਨੇ, ਸਾਡੇ ਪਾਕਿਸਤਾਨ ਦੇ ਕੌਮੀ ਅਖਬਾਰਾਤ, ਉਹਨਾਂ ਦੇ ਵਿੱਚੋਂ ਬਾਜ਼ ਅਖਬਾਰਾਤ ਦੇ ਫਰੰਟ ਪੇਜ ਦੇ ਉੱਤੇ ਹਾਫ ਪੇਜ ਦੇ ਵੱਡੇ ਇਸ਼ਤਿਹਾਰਾਤ ਲੱਗੇ ਹੋਏ ਨੇ, ਬੜੇ ਕੀਮਤੀ ਇਸ਼ਤਿਹਾਰਾਤ ਨੇ, ਜਿਹਦੇ ਵਿੱਚ ਸਾਡੀ ਵਫਾਕੀ ਤੇ ਸੂਬਾਈ ਹੁਕੂਮਤ ਵੱਲੋਂ ਅਵਾਮੁਨ ਨਾਸ ਨੂੰ ਆਗਾਹ ਕੀਤਾ ਗਿਆ ਹੋਇਆ ਹੈ ਕਿ 30 ਅਰਬ ਰੁਪਏ ਦੇ ਨਿਗਹਿਬਾਨ रमज़ान रिलीफ पैकेजिज कम आमदनी वाले जिहड़े किराने ने 64 लख किराने साडे सूबा पंजाब दे बिलखसूस उन्हां नूं रिलीफ पैकेज जिहड़ा वज़ीर आला वल्लों दिता जा रहा है, वज़ीर आज़म वल्लों दिता जा रहा है, उहदे बारे आवाम नूं, गरीबां नूं, मुस्तहकीन नूं अवेयर किया गया है, आगाह किया गया है कि 64 लख खान वादियां दी रमज़ान शरीफ दे महीने दे विच राशन दे के जिहड़ा कि अशियाए ज़रूरिया दे उत्ते रोज़मर्रा दे इस्तेमाल दीयां चीज़ां दे उत्ते मुश्तमिल है, वो पैकेज दे के ते साडे हुक्मरान मदद कर रहे ने। प्यारिओ, साडे वज़ीर आज़म पाकिस्तान, साडी वज़ीर आला मोहतरमा मरियम नवाज शरीफ साहिबा
ਉਹਨਾਂ ਦੀ ਨੇਕ ਨੀਅਤੀ ਦੇ ਉੱਤੇ ਅਸੀਂ ਸ਼ੱਕ ਨਹੀਂ ਕਰ ਰਹੇ। ਉਹਨਾਂ ਦਾ ਇਹ ਇਕਦਾਮ ਜਿਹੜਾ ਹੈ ਮਾੜਿਆਂ ਨੂੰ ਰਾਸ਼ਨ ਰਿਲੀਫ ਪੈਕੇਜ ਦੇਣਾ ਇੰਤਹਾਈ ਕਾਬਿਲ ਸਤਾਇਸ਼ ਹੈ। ਸਾਡੇ ਪਿਆਰੇ ਸੱਚੇ ਨਬੀ ਪਾਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि व असहाबिहि व अज़वाजिहि व बारिक वसल्लम, ਸਾਡੀ ਸੱਚੀ ਸਰਕਾਰ ਦਾ ਵੀ ਇਹ ਫਰਮਾਉਣਾ ਹੈ ਭਈ ਮਾਹ ਰਮਜ਼ਾਨ ਦੇ ਵਿੱਚ ਰੱਜ ਕੇ ਖੈਰਾਤ ਕਰੋ, ਮਾੜਿਆਂ ਦਾ ਖਾਸ ਧਿਆਨ ਕਰੋ, ਲੋਕਾਂ ਦੇ ਰੋਜ਼ੇ ਰਖਵਾਓ। ਇਹ ਬੜੇ ਸਵਾਬ ਦਾ ਕੰਮ ਹੈ। ਅਸੀਂ ਸਿਰਫ ਇਸ ਮੌਕੇ ਦੇ ਉੱਤੇ ਮੁਹਤਰਮਾ ਵਜ਼ੀਰ ਆਲਾ ਤੇ ਮੁਹਤਰਮ ਵਜ਼ੀਰ ਆਜ਼ਮ ਪਾਕਿਸਤਾਨ ਦੀ ਢਿੱਡੋਂ ਸਲਾਹਣਾ ਕਰਦਿਆਂ ਹੋਇਆਂ ਉਹਨਾਂ ਅੱਗੇ ਇਹ ਰਿਕੁਐਸਟ ਕਰਨੀ ਚਾਹੁੰਦੇ ਹਾਂ ਕਿ ਰਮਜ਼ਾਨ ਸ਼ਰੀਫ ਦੇ ਵਿੱਚ ਤੁਹਾਡਾ ਇਹ ਜਿਹੜਾ ਮਾੜਿਆਂ ਦੀ ਤੇ ਮੁਸਤਹਕੀਨ ਦੀ ਇਮਦਾਦ ਦਾ ਪੈਕੇਜ ਹੈ ਸਾਡੇ ਸਿਰ ਮੱਥੇ ਤੇ, ਇਹ ਬੜੀ ਚੰਗੀ ਗੱਲ ਹੈ। ਲੇਕਿਨ ਇਹਦੇ ਨਾਲ ਨਾਲ ਮਿਹਰਬਾਨੀ ਕਰਕੇ ਇਹੋ ਹੀ 30 ਅਰਬ ਰੁਪਈਆ ਜਿਹੜਾ ਤੁਸੀਂ ਮਾੜਿਆਂ ਮਸਕੀਨਾਂ ਨੂੰ ਰਾਸ਼ਨ ਲੈ ਕੇ ਪੈ ਦਿੰਦੇ ਹੋ, ਇਸੇ ਤਰ੍ਹਾਂ ਦਾ ਇੱਕ ਪੈਕੇਜ ਅਜਿਹਾ ਵੀ ਲਿਆਓ ਕਿ ਅਰਬਾਂ ਰੁਪਇਆਂ ਦੇ ਨਾਲ ਲੋਕਾਂ ਨੂੰ, ਮਾੜਿਆਂ ਨੂੰ, ਬੇਰੁਜ਼ਗਾਰਾਂ ਨੂੰ ਤੇ ਗਰੀਬਾਂ ਨੂੰ ਕਾਰੋਬਾਰ ਕਰਵਾ ਕੇ ਦਿਓ। ਇਹ ਜਿਹੜੀ ਗਦਾਗਰੀ ਦੀ ਆਦਤ ਪਾਣੀ ਹੈ ਆਵਾਮ ਨੂੰ ਜਾਂ ਆਵਾਮ ਨੂੰ ਇਮਦਾਦਾਂ ਦੇ ਉੱਤੇ ਲਾਣਾ ਹੈ, ਇਹ ਅਸੀਂ ਅੱਛਾ ਨਹੀਂ ਸਮਝਦੇ। ਅਸੀਂ ਤੇ ਚਾਹੁੰਦੇ ਹਾਂ ਕਿ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਮੰਗਣ ਦੀ ਬਜਾਏ, ਮੰਗ ਖਾਣ ਦੀ ਬਜਾਏ ਲੋਕਾਂ ਨੂੰ ਰੁਜ਼ਗਾਰ ਮਿਲੇ, ਲੋਕੀ ਕੋਈ ਨਾ ਕੋਈ ਕੰਮ ਕਰਨ। ਪਿਆਰਿਓ, ਸਾਡੀ ਹੁਣ ਗੌਰਮੈਂਟ ਜਿਹੜੀ ਹੈ ਉਹ ਤੇ ਸਾਰੇ ਪਾਕਿਸਤਾਨ ਦੇ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੀ, ਤੇ ਫਿਰ ਦੂਜਾ ਹੱਲ ਇਹ ਹੀ ਹੈ ਨਾ ਕਿ ਸਾਡੇ ਮੁਲਕ ਦੀ ਇੰਡਸਟਰੀ ਚੱਲੇ, ਕਿਉਂਕਿ ਸਾਡੇ ਸਨਅਤਕਾਰ ਜਦੋਂ ਫੈਕਟਰੀਆਂ ਚਲਾਉਂਦੇ ਨੇ ਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ। ਅਲਮੀਆ ਇਹ ਵੇ ਕਿ ਸਾਡੇ ਮੁਲਕ ਦੇ ਵਿੱਚ ਇਸ ਵੇਲੇ ਸਾਡੀਆਂ ਸਨਅਤਾਂ ਵੀ ਸ਼ਦੀਦ ਬੁਹਰਾਨ ਦਾ ਸ਼ਿਕਾਰ ਹੋਈਆਂ ਪਈਆਂ ਨੇ। ਲੇਕਿਨ ਇਹ ਅਲਮੀਆ ਜ਼ਰੂਰ ਹੈ, ਇਹਦੇ ਨਾਲ ਨਾਲ ਸਾਨੂੰ ਇਹ ਵੀ ਯਕੀਨ ਹੈ ਕਿ ਸਾਡੇ ਜਿਹੜੇ ਹੁਣ ਹੁਕਮਰਾਨ ਬਰਸਰੇ ਇਕਤਦਾਰ ਆਏ ਨੇ, ਚੂੰਕਿ ਉਹ ਆਪੂ ਵੀ ਸਨਅਤਕਾਰ ਨੇ, ਵੱਡੇ ਬਿਜ਼ਨਸਮੈਨ ਨੇ, ਇਸ ਵਾਸਤੇ ਉਹਨਾਂ ਦੇ ਦੌਰ ਦੇ ਵਿੱਚ ਸਾਡੇ ਪਾਕਿਸਤਾਨ ਦੇ ਵਿੱਚ ਸਨਅਤ ਤਜਾਰਤ ਤਰੱਕੀ ਕਰੇਗੀ ਇਨਸ਼ਾਅੱਲਾ। ਫੈਕਟਰੀਆਂ ਚੱਲਣਗੀਆਂ ਪਿਆਰਿਓ, ਜਦੋਂ ਸਾਡੇ ਪਾਕਿਸਤਾਨ ਦੇ ਵਿੱਚ ਫੈਕਟਰੀਆਂ ਚੱਲਣਗੀਆਂ ਤੇ ਬੇਰੁਜ਼ਗਾਰੀ ਖਤਮ ਹੋ ਜਾਏਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਖੂਬਸੂਰਤ ਜ਼ਿਆਦਾ ਤੋਂ ਜ਼ਿਆਦਾ ਮਸਨੂਆਤ ਪਾਕਿਸਤਾਨ ਦੀਆਂ ਬਣਨਗੀਆਂ ਤੇ ਮੇਡ ਇਨ ਪਾਕਿਸਤਾਨ ਅਸ਼ੀਆ ਫਿਰ ਐਕਸਪੋਰਟ ਵੀ ਹੋਣਗੀਆਂ। ਜਦੋਂ ਸਾਡੀਆਂ ਬਰਾਮਦਾਤ ਵਧਣਗੀਆਂ ਤਾਂ ਮੁਲਕ ਦੇ ਵਿੱਚ ਜ਼ਰੇ ਮੁਬਾਦਲਾ ਵੀ ਆਵੇਗਾ। ਲੇਕਿਨ ਜਿਹੜੀ ਮੌਜੂਦਾ ਸੂਰਤ ਹਾਲ ਹੈ ਉਹ ਨਾ ਗੁਫਤਾ ਬੇਵ ਹੈ ਔਰ ਉਹਦੇ ਨਾਲ ਆਵਾਮ ਬਹੁਤ ਪਰੇਸ਼ਾਨ ਨੇ। ਆਮ ਆਦਮੀ ਤੇ ਕਿਤੇ ਰਹਿ ਗਿਆ, ਸਾਡੇ ਮੁਲਕ ਦਾ ਇੰਡਸਟਰੀਅਲਿਸਟ ਬਹੁਤ ਜ਼ਿਆਦਾ ਇਸ ਵੇਲੇ ਪਰੇਸ਼ਾਨ ਹੈ। ਉਹਦੀ ਵਜ੍ਹਾ ਇਹ ਵੇ ਕਿ ਬਿਜਲੀ ਦੀਆਂ ਕੀਮਤਾਂ ਇਸ ਕਦਰ ਵੱਧ ਗਈਆਂ ਨੇ, ਗੈਸ ਦੀਆਂ ਕੀਮਤਾਂ ਇਸ ਕਦਰ ਵੱਧ ਗਈਆਂ ਨੇ ਕਿ ਸਾਡੇ ਗੁਜਰਾਂਵਾਲਾ ਦੀ ਸਰਾਮਿਕਸ ਇੰਡਸਟਰੀ ਜਿਹੜੀ ਹੈ ਉਹ 95% ਬੰਦ ਹੋ ਗਈ ਹੈ। ਇਹੋ ਹੀ ਹਾਲਾਤ ਹੋਰ ਵੀ ਬਹੁਤ ਸਾਰੀਆਂ ਦੀਗਰ ਇੰਡਸਟਰੀਜ਼ ਜਿਹੜੀਆਂ ਨੇ ਉਹਨਾਂ ਦਾ ਹੈ। ਪਿਆਰਿਓ, ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਬੜੇ ਮਾਰੂਫ, ਬੜੇ ਸਿਰ ਕੱਢਵੇਂ ਨਾਮਵਰ ਸਨਅਤਕਾਰ ਨੇ। ਗੁਜਰਾਂਵਾਲਾ ਸ਼ਹਿਰ ਦੇ ਵਿੱਚ ਵਾਹਿਦ ਉਹਨਾਂ ਦਾ ਸਟੀਲ ਦਾ ਸਰੀਆ ਬਣਾਉਣ ਵਾਲਾ ਜਿਹੜਾ ਨਾ ਜੀ ਵਾਹਿਦ ਆਟੋਮੈਟਿਕ ਪਲਾਂਟ ਹੈ। ਉਹਨਾਂ ਦੇ ਇਲਾਵਾ ਸਾਡੇ ਗੁਜਰਾਂਵਾਲੇ 'ਚ ਹੋਰ ਕਿਸੇ ਕੋਲ ਆਟੋਮੈਟਿਕ ਪਲਾਂਟ ਨਹੀਂ ਹੈਗਾ। ਇਹ ਸਾਡੇ ਦੋਸਤ ਜਿਹੜੇ ਨੇ ਇਹ AK ਸੁਪਰੀਮ ਐਂਡ ਰੀਰੂਲਿੰਗ ਮਿਲਸ ਦੇ ਚੀਫ ਐਗਜ਼ੈਕਟਿਵ ਆਫਿਸਰ ਨੇ। ਇਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ ਆਸਮ ਇਸ਼ਫਾਕ। ਤੁਹਾਨੂੰ ਜੀ ਕੋ ਦੱਸਿਆ ਕਿ ਵੱਡੇ ਸਨਅਤਕਾਰ ਨੇ, ਆਓ ਇਹਨਾਂ ਨਾਲ ਮਿਲਨੇ ਆ ਤੇ ਇਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਦੀ ਜਿਹੜੀ ਇੰਡਸਟਰੀ ਹੈ, ਯਾਨੀ ਇਹਨਾਂ ਦੇ ਨਾਲ ਇਹਨਾਂ ਦੀ ਆਪਣੀ ਵੀ ਫੈਕਟਰੀ ਤੇ ਇਹਨਾਂ ਦੇ ਨਾਲ ਮੁਤਲਕਾ ਹੋਰ ਜਿੰਨੀਆਂ ਇਹਨਾਂ ਦੇ ਸ਼ੋਬੇ ਦੀਆਂ ਫੈਕਟਰੀਜ਼ ਨੇ, ਕਿਆ ਉਹ ਵੀ ਫਿਲ ਵਕਤ ਮਾਲੀ ਤੇ ਮੁਆਸ਼ੀ ਬੁਹਰਾਨ ਦਾ ਸ਼ਿਕਾਰ ਹੋਈਆਂ ਪਈਆਂ ਨੇ। ਆਓ ਜ਼ਰਾ ਇਹਨਾਂ ਨੂੰ ਪੁੱਛੀਏ
ਤੇ ਨਾਲੇ ਇਹ ਵੀ ਪੁੱਛੀਏ ਕਿ ਜੇ ਬੁਹਰਾਨੀ ਕੈਫੀਅਤ ਦੇ ਨਾਲ ਇਹਨਾਂ ਦੀਆਂ ਫੈਕਟਰੀਆਂ ਦੋ ਚਾਰ ਨੇ ਤੇ ਉਹਦਾ ਹੱਲ ਕੀ ਹੈ। ਅਸਲਾਮ ਵਾਲੇਕਮ ਜਨਾਬ ਅਲੀ। ਵਾਲੇਕੁਮ अस्सलाम। ਕੀ ਹਾਲ ਚਾਲ ਜੇ ਹਜ਼ੂਰ ਆਸਫ ਸਾਹਿਬ ਖੈਰੀਅਤ ਨਾਲ? अल्हम्दुलिल्लाह, शुक्र अल्हम्दुलिल्लाह। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ, ਜਿਸ ਤਰ੍ਹਾਂ ਕਿ ਮੈਂ ਆਪਣੇ ਇੰਟਰੋ 'ਚ ਵੀ ਆਖਿਆ, ਸਾਡੇ ਜਿਹੜੇ ਮੌਜੂਦਾ ਹੁਕਮਰਾਨ ਨੇ ਸਰ, ਇੰਤਕਾਲੇ ਇਕਤਦਾਰ ਤੋਂ ਬਾਅਦ ਆਵਾਮ ਦੀਆਂ ਬਹੁਤ ਸਾਰੀਆਂ ਤਵੱਕੁਆਤ ਨੇ ਵਜ਼ੀਰ ਆਜ਼ਮ ਨਾਲ ਜੁੜੀਆਂ ਹੋਈਆਂ। ਵਜ਼ੀਰ ਆਲਾ ਸਾਡੀਆਂ ਜਿਹੜੀਆਂ ਨੇ ਮੋਹਤਰਮਾ ਮਰੀਮ ਨਵਾਜ਼ ਸ਼ਰੀਫ, ਉਹਨਾਂ ਦੇ ਨਾਲ ਜੁੜੀਆਂ ਹੋਈਆਂ। ਲੋਕੀ ਮਹਿੰਗਾਈ ਦੇ ਮਾਰੇ ਨੇ, ਬਿੱਲ ਜਿਹੜੇ ਨੇ ਯੂਟਿਲਿਟੀ ਬਿਲਸ ਉਹ ਦਿੱਤੇ ਹੀ ਨਹੀਂ ਜਾ ਰਹੇ ਸਰ। ਆਮ ਆਦਮੀ ਜਿਹੜਾ ਉਹ ਘਰ ਦੇ ਵਿੱਚ ਬਿਜਲੀ ਦਾ ਬਿੱਲ ਅਦਾ ਕਰੇ, ਜਿਹਦੀ ਥੋੜ੍ਹੀ ਜਿਹੀ ਤਨਖਾਹ ਹੈ, ਕੰਮ ਆਮਦਨੀ ਹੈ, ਕਿ ਆਪਣੇ ਬੱਚੇ ਪੜ੍ਹਾਏ, ਕਿ ਰੋਟੀ ਖਾਏ, ਕਿ ਆਪਣੇ ਬੁੱਢੇ ਮਾਈ ਬਾਪ ਦੀ ਦਵਾਈ ਲਵੇ, ਕਿੱਥੇ ਜਾਏ? ਮਰ ਰਹੇ ਨੇ ਲੋਕ। ਔਰ ਸਭ ਤੋਂ ਵੱਡਾ ਇੱਕ ਦੁੱਖ ਇਹ ਵੇ ਕਿ ਸਾਡੇ ਸ਼ਹਿਰ ਗੁਜਰਾਂਵਾਲਾ ਦੀਆਂ ਬਹੁਤ ਸਾਰੀਆਂ ਇੰਡਸਟਰੀਜ਼ ਬੰਦ ਹੁੰਦੀਆਂ ਜਾ ਰਹੀਆਂ ਨੇ। ਚੈਂਬਰ ਆਫ ਕਾਮਰਸ ਜਿਹੜਾ ਸਾਡੇ ਗੁਜਰਾਂਵਾਲੇ ਦਾ, ਉਹਦੇ ਮੁਹਤਰਮ ਸਦਰ ਜਿਹੜੇ ਨੇ, ਤੁਸੀਂ ਵੀ ਮਾਸ਼ਾਅੱਲਾ ਚੈਂਬਰ ਦੇ ਮੁਅੱਜ਼ਜ਼ ਮੈਂਬਰ ਹੋ, ਉਹ ਉਸ ਦਿਨ ਦੱਸ ਰਹੇ ਸਨ ਕਿ ਬਹੁਤ ਸਾਰੀਆਂ ਗੁਜਰਾਂਵਾਲੇ ਦੇ ਵਿੱਚ ਫੈਕਟਰੀਆਂ ਜਿਹੜੀਆਂ ਨੇ ਉਹ ਵਿਕ ਰਹੀਆਂ ਨੇ। ਬਾਹਰ ਵੱਡੇ ਵੱਡੇ ਬੋਰਡ ਲੱਗ ਗਏ ਨੇ ਬਰਾਏ ਫਰੋਖਤ, ਲੋਕਾਂ ਦੇ ਕੰਮ ਨਹੀਂ ਚੱਲ ਰਹੇ। ਤੁਹਾਡੀ ਜਿਹੜੀ ਇੰਡਸਟਰੀ ਹੈ ਸਟੀਲ ਇੰਡਸਟਰੀ, ਇਹਦੇ ਕੀ ਹਾਲਾਤ ਨੇ? ਪਹਿਲੇ ਤਾਂ ਤੁਸੀਂ ਇਹ ਦੱਸੋ ਸਾਨੂੰ। ਸਰ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ, ਸਾਰੀ ਜੋ ਵੀ ਮਾਮਲਾਤ ਨੇ, ਸਟੀਲ ਇੰਡਸਟਰੀ ਇਸ ਵਕਤ ਬਹੁਤ ਹੀ ਜ਼ਿਆਦਾ ਸਫ਼ਰ ਕਰ ਰਹੀ ਹੈ ਜੀ। ਜਿਹੜੀ ਸਟੀਲ ਇੰਡਸਟਰੀ ਹੈ ਇਸ ਟਾਈਮ ਸਮਝ ਲਓ ਕਿ ਸਿਸਕੀਆਂ ਲੈ ਰਹੀ ਹੈ। ਇਹ ਬਿਲਕੁਲ ICU ਦੇ ਵਿੱਚ ਲੱਗੀ ਹੋਈ ਹੈ ਇਸ ਟਾਈਮ ਨਾ। ਅਗਰ ਬਰ ਵਕਤ ਗਵਰਨਮੈਂਟ ਨੇ ਇਹਦੇ ਮਸਾਇਲ, ਇਹਦੇ ਜਿਹੜੇ ਤਹਫੁਜ਼ਾਤ ਨੇ, ਅਗਰ ਉਹਨਾਂ ਨੂੰ ਐਡਰੈਸ ਨਹੀਂ ਕੀਤਾ ਤੇ ਇਹ ਇੰਡਸਟਰੀ ਬਿਲਕੁਲ ਖਤਮ ਹੋ ਜਾਏਗੀ। ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਆਪਣੀ ਇੰਡਸਟਰੀ ਤੋਂ ਮੁਤਲਕਾ ਬਾਵਰ ਕਰਨਾ ਚਾਹੁੰਦਾ ਵਾਂ ਕਿ ਅਲਹਮਦੁਲਿਲਾ ਇਹ ਉਹ ਇੰਡਸਟਰੀ ਹੈ ਜਿਹੜੀ ਸਾਰਿਆਂ ਨੂੰ ਜ਼ਿਆਦਾ ਜਿਹੜਾ ਤੁਹਾਨੂੰ ਰੈਵਨਿਊ ਦੇ ਰਹੀ ਹੈ। ਇਹਨਾਂ ਨੂੰ ਗੈਬਕੋ ਵਾਲਿਆਂ ਨੂੰ ਸਾਰਿਆਂ ਨੂੰ ਜ਼ਿਆਦਾ ਵੱਡੇ ਕੰਜ਼ਿਊਮਰ ਅਸੀਂ ਹਾਂ, ਸਾਰਿਆਂ ਨੂੰ ਜ਼ਿਆਦਾ ਰੈਵਨਿਊ ਦੇਣ ਵਾਲੇ ਅਸੀਂ, FBR ਨੂੰ ਅਸੀਂ ਹਾਂ। ਯਾਨੀ ਐਡੀ ਵੱਡੀ ਇੰਡਸਟਰੀ ਹੈ ਕਿ ਤੁਸੀਂ ਇਹਦਾ ਅੰਦਾਜ਼ਾ ਕਰੋ ਕਿ ਇਹਦੀ ਬਿਲੀਅਨਸ ਦੇ ਵਿੱਚ ਮਹੀਨੇ ਦਾ ਜਿਹੜਾ ਟੈਕਸ ਬਣਦਾ ਪਿਆ ਜਿਹੜਾ FBR ਨੂੰ ਜਾ ਰਿਹਾ ਹੈ, ਔਰ ਇੰਨਾ ਹੀ ਬਿਲੀਅਨਸ ਦੇ ਵਿੱਚ ਜਿਹੜਾ ਜਾ ਰਿਹਾ ਸਾਰਾ ਗੈਬਕੋ ਨੂੰ। ਇਸ ਇੰਡਸਟਰੀ ਦੇ ਨਾਲ ਜਿਹੜੀ ਇਸ ਟਾਈਮ ਜਿਹੜੀ ਲੇਬਰ ਜਿਹੜੀ ਹੈਗੀ ਹੈ ਨਾਲ ਮੁਤਲਕਾ ਹੈਗੀ, ਇਹਦੇ ਨਾਲ ਵਬਸਤਾ ਹੈਗੀ ਹੈ, ਉਹ ਵੀ ਤਕਰੀਬਨ ਹਜ਼ਾਰਾਂ ਨਹੀਂ ਸੈਂਕੜਿਆਂ 'ਚ ਨਹੀਂ ਬਲਕਿ ਲੱਖਾਂ ਦੀ ਤਾਦਾਦ ਦੇ ਵਿੱਚ ਹੈ। ਔਰ ਇਹ ਇੰਡਸਟਰੀ ਬਹੁਤ ਜ਼ਿਆਦਾ ਇਸ ਟਾਈਮ ਮਸਾਇਲ ਦਾ ਦੁਚਾਰ ਹੈ ਇਸ ਟਾਈਮ, ਔਰ ਬਹੁਤ ਸਾਰੇ ਲੋਕ ਇਸ ਵਕਤ ਬੰਦ ਕਰ ਰਹੇ ਨੇ। ਬਹੁਤ ਜ਼ਿਆਦਾ ਲੋਕ ਜਿਹੜੇ ਨੇ ਇਸ ਟਾਈਮ ਉਹ ਯਾਨੀ ਕਿ ਦਿਲ ਛੱਡ ਰਹੇ ਨੇ ਆਪਣਾ। ਜੋ ਦਿਨ ਬ ਦਿਨ ਜਿਹੜਾ ਹੈਗਾ ਤਾਂ ਬਿਜਲੀ ਦਾ ਰੇਟ ਵਧਾਈ ਜਾ ਰਹੇ ਨੇ। ਉਹਦੇ ਨਾਲ ਸਾਰੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਆਊਟ ਹੋ ਗਈ ਹੈ। ਹੁਣ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਹਾਡੇ ਤਵਸਤ ਨਾਲ ਆਪਣੇ ਵਾਨੇ ਬਾਲਾ ਤੱਕ ਪਹੁੰਚਾਉਣਾ ਚਾਹੁੰਦਾ ਜੀ। ਦੇਖੋ, ਕੋਈ ਇੱਕ ਦੁਨੀਆ ਦੇ ਵਿੱਚ ਦੇਖੋ ਤਰੀਕਾਕਾਰ ਨਹੀਂ ਹੈ ਕਿ ਤੁਸੀਂ ਇੱਕ ਪ੍ਰੋਡਕਟ ਅੱਜ ਬਣਾਉਂਦੇ ਹੋ, ਅੱਜ ਪ੍ਰੋਡਕਟ ਬਣਾ ਕੇ ਮਾਰਕੀਟ ਸੇਲ ਕਰ ਦਿੰਦੇ ਹੋ, 2 ਮਹੀਨੇ ਬਾਅਦ ਤੁਸੀਂ ਕਹਿੰਦੇ ਹੋ ਜੀ ਕਿ ਤੁਹਾਨੂੰ ਇਹ ਫਿਊਲ ਐਡਜਸਟਮੈਂਟ ਦੇ ਮੱਧ 'ਚ ਇੰਨੇ ਪੈਸੇ ਜਮ੍ਹਾਂ ਕਰਾਉਣੇ ਪੈਣੇ ਨੇ, ਜਦੋਂ ਕਿ ਉਸ ਮਹੀਨੇ ਦੇ ਵਿੱਚ ਦਸੰਬਰ ਦੇ ਵਿੱਚ ਮੈਂ ਆਪਣਾ ਪ੍ਰੋਡਕਟ ਬਣਾ ਕੇ ਵੇਚ ਕੇ ਨਫਾ ਨੁਕਸਾਨ ਕਰਕੇ ਸੇਲ ਕਰ ਚੁੱਕੇ ਹਾਂ। ਹੁਣ 2 ਮਹੀਨੇ ਬਾਅਦ ਮੈਨੂੰ ਕੱਲ ਪਰਸੋਂ ਬਿੱਲ ਆਇਆ 1.5-2 ਕਰੋੜ ਰੁਪਏ ਦਾ, ਜਿਹੜਾ ਇੱਕ ਫਰਨਸ ਦਾ ਆਇਆ ਹੈ। ਉਹਨਾਂ ਨੇ ਕਿਹਾ ਜੀ ਤੁਹਾਨੂੰ ਇਹ ਫਿਊਲ ਐਡਜਸਟਮੈਂਟ ਦੀ ਮੱਝ ਤੁਸੀਂ ਜਮ੍ਹਾਂ ਕਰਾਓ। ਹੁਣ ਦੱਸੋ ਇਹਨਾਂ ਹਾਲਾਤ ਵਿੱਚ ਜਿਹੜਾ ਆਲਰੇਡੀ ਨੁਕਸਾਨ 'ਚ ਕਰਕੇ ਦਸੰਬਰ ਦਾ ਮਹੀਨਾ ਕਲੋਜ਼ ਕੀਤਾ ਸੀ, ਹੁਣ 1.5-2 ਮਹੀਨੇ ਬਾਅਦ ਹੁਣ 2 ਕਰੋੜ ਰੁਪਇਆ ਜਾਂ 1.5 ਕਰੋੜ ਰੁਪਇਆ ਅਦਾ ਕਰਨਾ ਕਿੰਨਾ ਮੁਸ਼ਕਲ ਹੈ। ਇਹਨਾਂ ਹਾਲਾਤਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਇਸ ਟਾਈਮ ਜਿਹੜੇ ਨਾ ਉਹ ਛੱਡ ਰਹੇ ਨੇ, ਆਪਣਾ ਦਿਲ ਛੱਡ ਰਹੇ ਨੇ ਔਰ ਇੰਡਸਟਰੀ ਬੰਦ ਕਰ ਰਹੇ ਨੇ। ਇਹਦੇ ਨਾਲ ਮਸਾਇਲ ਬਹੁਤ ਜ਼ਿਆਦਾ ਵਧਣਗੇ। ਇਹ ਅਗਰ ਇੰਡਸਟਰੀ ਬੰਦ ਹੁੰਦੀ ਹੈ, ਦੇਖੋ ਕਿੰਨੀ ਜ਼ਿਆਦਾ ਐਮਪਲੋਇਮੈਂਟ ਜਿਹੜੀ ਲੋਕ ਨੇ ਜਿਹੜੇ EMPLOYE ਨੇ ਇਹਦੇ ਨਾਲ ਉਹ ਅਨਐਮਪਲੋਏ ਹੋ ਜਾਣਗੇ। ਉਹਦੇ ਨਾਲ ਬੇਰੁਜ਼ਗਾਰੀ ਵਧਣ ਦੇ ਨਾਲ ਤੁਹਾਨੂੰ ਪਤਾ ਫਿਰ ਕ੍ਰਾਈਮ ਵਾਲੇ ਪਾਸੇ ਲੋਕ ਜਾਣਗੇ। ਇਹਦੇ ਨਾਲ ਜਿਹੜੀਆਂ ਹੋਰ ਮਸਾਇਲ ਜਿਹੜੇ ਨੇ, ਮੁਆਸ਼ੀ ਮਸਾਇਲ ਤੇ ਹੈ ਹੀ ਨੇ, ਇਹਦੇ ਨਾਲ ਜਿਹੜੇ ਦੂਸਰੇ ਤੁਹਾਡੇ ਮਸਾਇਲ ਨੇ ਉਹ ਵੀ ਬੜੇ ਜ਼ਿਆਦਾ ਨਾਲ ਪ੍ਰਵਾਨ ਚੜਨਗੇ। ਇਹਦੇ ਨਾਲ ਤੁਹਾਡੇ ਅੱਗੇ ਇਹ ਤੁਸੀਂ ਚਲੇ ਜਾਓਗੇ ਉਹਦਾ ਖਾਨਾ ਜੰਗੀ ਵਾਲੀ ਤਰਫ ਜਾ ਰਹੇ ਹੋ। ਦੇਖੋ ਤੁਸੀਂ ਇਹ ਫਰਮਾਓ ਹਾਜੀ ਸਾਹਿਬ, ਤੁਸੀਂ ਜਿਵੇਂ ਫਰਮਾਇਆ ਹੁਣੇ ਆਪੇ ਤੁਸੀਂ ਦੱਸਿਆ ਕਿ ਸਭ ਤੋਂ ਜ਼ਿਆਦਾ ਰੈਵਨਿਊ ਜਿਹੜਾ ਉਹ ਤੁਹਾਡੀ ਇੰਡਸਟਰੀ ਦੇ ਰਹੀ ਹੈ ਗਵਰਨਮੈਂਟ ਆਫ ਪਾਕਿਸਤਾਨ ਨੂੰ। ਜੀ ਜੀ। ਤੇ ਅਗਰ ਤੁਹਾਡੀਆਂ ਇੰਡਸਟਰੀਆਂ ਬੰਦ ਹੁੰਦੀਆਂ ਨੇ, ਤੁਹਾਡੀਆਂ ਫੈਕਟਰੀਆਂ ਕਲੋਜ਼ ਹੋ ਰਹੀਆਂ ਨੇ, ਜੀ ਜੀ, ਤੇ ਚਲੋ ਆਵਾਮ ਤੇ ਬੇਰੁਜ਼ਗਾਰ ਹੋ ਰਹੀ ਹੈ। ਆਵਾਮ ਦਾ ਤਾਂ ਸਾਡੇ ਹੁਕਮਰਾਨਾਂ ਨੂੰ ਐਡਾ ਖਿਆਲ ਹੀ ਨਹੀਂ। ਉਹਨਾਂ ਨੂੰ ਤਾਂ ਇਹ ਵੇ ਕਿ ਆਵਾਮ ਮਰਦੀ ਹੈ ਤੇ ਭਈ ਮਰੇ, ਗਰੀਬ ਦਾ ਕੋਈ ਨਹੀਂ ਸੋਚਦਾ। ਲੇਕਿਨ ਇਹ ਤੁਸੀਂ ਦੇਖੋ ਨਾ ਕਿ ਤੁਹਾਡੀਆਂ ਜੇ ਫੈਕਟਰੀਆਂ ਬੰਦ ਹੋ ਗਈਆਂ ਤੇ ਇਹਨਾਂ ਦੇ ਆਪਣੇ ਖਰਚੇ ਕਿੱਥੋਂ ਕੱਢਣਗੇ? ਕਿਉਂਕਿ ਤੁਸੀਂ ਟੈਕਸ ਦਿੰਦੇ ਹੋ ਤੇ ਹਕੂਮਤ ਦਾ ਖਜ਼ਾਨਾ ਭਰਦਾ ਹੈ ਨਾ ਜੀ। ਇਸੇ ਤਰ੍ਹਾਂ ਕਿ ਇਹਨਾਂ ਨੂੰ ਕਿਤੋਂ ਬਾਹਰੋਂ ਤੇ
ਏਡ ਨਹੀਂ ਆਉਂਦੀ, ਬਾਹਰੋਂ ਤੇ ਆਉਂਦੇ ਨੇ ਕਰਜ਼ੇ। ਉਹ ਕਰਜ਼ੇ ਇੰਨੇ ਕੁ ਆ ਗਏ ਨੇ ਕਿ ਅੱਗੋਂ ਕਰਜ਼ੇ ਦੇਣ ਜੋਗੇ ਵੀ ਪੈਸੇ ਜਿਹੜੇ ਨੇ ਉਹ ਸਾਡੇ ਕੋਲ ਕੋਈ ਨਹੀਂ, ਅੱਗੋਂ ਪੈਸੇ ਅੱਗੋਂ ਫਿਰ ਕਰਜ਼ੇ ਚੁੱਕ ਕੇ ਤੇ ਕਰਜ਼ੇ ਲਾਂਦੇ ਨੇ ਪਏ। ਤੇ ਪਾਕਿਸਤਾਨ ਦੇ ਜੇ ਖਜ਼ਾਨੇ ਦੇ ਵਿੱਚ ਰੈਵਨਿਊ ਹੀ ਨਹੀਂ ਆਵੇਗਾ, ਫੈਕਟਰੀਆਂ ਸਾਰੀਆਂ ਬੰਦ ਹੋ ਗਈਆਂ, ਤੇ ਕੌਣ ਟੈਕਸ ਦੇਗਾ? ਫਿਰ ਕਿਹਦੇ ਕੋਲੋਂ ਇਨਕਮ ਟੈਕਸ ਲੈਣਗੇ, ਕਿਹਦੇ ਕੋਲੋਂ ਪ੍ਰੋਡਕਟਸ ਦੇ ਉੱਤੇ ਸੇਲ ਟੈਕਸ ਲੈਣਗੇ ਜੇ ਫੈਕਟਰੀਆਂ ਹੀ ਬੰਦ ਹੋ ਗਈਆਂ? ਇਹ ਨਹੀਂ ਸਰ ਸਾਡੀ ਗੌਰਮੈਂਟ ਸੋਚਦੀ। ਬਿਲਕੁਲ ਤੁਹਾਡੀ ਗੱਲ ਬਜਾਏ ਇਸੇ ਤਰ੍ਹਾਂ ਹੀ ਹੈ। ਦੇਖੋ ਨਾ, ਮੁਆਸ਼ੀ ਸਾਈਕਲ ਜਿਹੜਾ ਤੁਹਾਡਾ ਮੇਨ ਚੀਜ਼ ਹੈ ਜੀ। ਹੁਣ ਜਿਹੜੀ ਗਵਰਨਮੈਂਟ ਇੰਨੇ ਟੈਕਸਿਸ ਲਾਈ ਜਾ ਰਹੀ ਹੈ, ਟੈਕਸਿਸ ਦਾ ਬਰਡਨ ਇੱਕ ਅਲੱਗਾ ਹੈ। ਦੂਸਰੇ ਤਰਫ ਤੁਸੀਂ ਆਪਣਾ ਦੇਖੋ, ਤੁਹਾਡਾ ਜਿਹੜਾ ਹੈਗਾ ਯੂਟਿਲਿਟੀਜ਼ ਦੇ ਬਿੱਲ ਨੇ ਉਹ ਇਸ ਟਾਈਮ ਆਮ ਆਵਾਮ ਦੇ ਦੇਣ ਤੋਂ ਕਸਰ ਹੈ ਹੀ ਹੈ ਵੇ। ਇੰਡਸਟਰੀ ਵਾਲੇ ਵੀ ਮਜਬੂਰ ਹੋ ਗਏ ਨੇ ਇਸ ਵਕਤ। ਯਕੀਨ ਕਰੋ, ਲਿਟਰਲੀ ਬਹੁਤ ਸਾਰੇ ਬੰਦੇ, ਮੈਨੂੰ ਵੀ ਕੱਲ ਇੱਕ ਬੰਦੇ ਦਾ ਫੋਨ ਆਇਆ ਕਿ ਯਾਰ ਇੱਕ ਇੰਡਸਟਰੀ, ਸਟੀਲ ਇੰਡਸਟਰੀ ਹੈ ਤੁਹਾਡੀ, ਇਹ ਦੀਵਾਨ ਰੋਡ ਤੇ ਵਿਕ ਰਹੀ ਹੈ ਤੇ ਦੱਸੋ। ਮੈਂ ਕਿਹਾ ਯਾਰ ਅਸੀਂ ਤੇ ਆਪਣੇ ਆਲਰੇਡੀ ਜਿਹੜੇ ਚਲਾ ਰਹੀ ਹੈ ਉਹੀ ਬੜੀ ਗੱਲ ਹੈ, ਤੇ ਅਸੀਂ ਨਵੀਂ ਲੈਣ ਦੀ ਤਾਂ ਸੋਚ ਵੀ ਨਹੀਂ ਸਕਦੇ। ਇਸ ਵਕਤ ਇੰਨੇ ਕੁ ਹਾਲਾਤ ਕਸ਼ੀਦਾ ਹੋਏ ਨੇ ਕਿ ਸਮਝ ਨਹੀਂ ਆ ਰਹੀ ਕਿਸ ਤਰਫ ਜਾਣਾ ਹੈ। ਦੂਸਰੀ ਗੱਲ ਹੈ, ਗਵਰਨਮੈਂਟ ਜਿਹੜੀ ਇਹ ਕਰਤੇ ਰਹੀ ਹੈ, ਅੱਛਾ ਖੁਸ਼ਾਇੰਦ ਅਮਲ ਹੈ ਇਹਨਾਂ ਦਾ, ਜਿਹੜਾ ਇਕਦਾਮ ਲਿਆ ਇਹਨਾਂ ਨੇ, ਜਿਹੜਾ ਰਮਜ਼ਾਨ ਪੈਕੇਜ ਦੇ ਰਹੇ ਨੇ, ਉਹੀ ਤੁਹਾਡੇ ਲਈ ਗੱਲ ਮੈਂ ਦੁਬਾਰਾ ਕਰਾਂਗਾ। ਇਹਦੀ ਬਜਾਏ ਅਗਰ ਅਸੀਂ ਆਵਾਮ ਵਾਸਤੇ, ਜਿਹੜੇ ਲੋਕਾਂ ਵਾਸਤੇ ਰੋਜ਼ਗਾਰ ਕ੍ਰੀਏਟ ਕਰੀਏ, ਉਹ ਜ਼ਿਆਦਾ ਬਿਹਤਰ ਹੈ। ਉਹ ਖੁਦ ਇੰਡੀਪੈਂਡੈਂਟ ਆਪਣੇ ਆਪ ਤੇ ਹੋਣ। ਕਿੰਨੀ ਕੁ ਦੇਰ ਗਵਰਨਮੈਂਟ ਖਿਲਾਏਗੀ, ਕਿੰਨੇ ਕੁ ਦਿਨ ਗਵਰਨਮੈਂਟ ਸਪੋਰਟ ਕਰੇਗੀ? ਸਾਨੂੰ ਚਾਹੀਦਾ ਹੈ ਇਸ ਆਸੇ ਪਾਸੇ ਜਾਈਏ, ਕੋਈ ਐਸੀ ਪਾਲਿਸੀਜ਼ ਮੁਰਤਬ ਦਈਏ ਜਿਹਦੇ ਨਾਲ ਇੰਡਸਟਰੀ ਰਿਵਾਈਵ ਹੋ ਸਕੇ। ਇੰਡਸਟਰੀ ਰਿਵਾਈਵ ਹੋਣ ਵਾਸਤੇ ਇਹਨਾਂ ਨੂੰ ਚਾਹੀਦਾ ਜਿਹੜੇ ਮੁਤਲਕਾ ਸੈਕਟਰ ਦੇ ਜਿਹੜੇ ਇੰਡਸਟਰੀਅਲਿਸਟ ਹੈ ਨੇ ਉਹਨਾਂ ਨੂੰ ਗਵਰਨਮੈਂਟ ਔਨ ਬੋਰਡ ਲਵੇ, ਉਹਨਾਂ ਦੇ ਇਸ਼ੂਜ਼ ਨੇ, ਉਹਨਾਂ ਦੇ ਤਹਫੁਜ਼ਾਤ ਨੇ, ਉਹਨਾਂ ਨੂੰ ਐਡਰੈਸ ਕੀਤਾ ਜਾਵੇ। ਉਹਨਾਂ ਜਦੋਂ ਪਾਲਿਸੀਆਂ ਸੀ ਉਹਨਾਂ ਦੇ ਮੁਤਾਬਕ ਮੁਰਤਬ ਦੇਵਾਂਗੇ, ਜਿਹੜੀਆਂ ਗਵਰਨਮੈਂਟ ਜਿਹੜੀਆਂ ਬਿਜ਼ਨਸ ਫਰੈਂਡਲੀ ਹੋਣਗੀਆਂ, ਤੇ ਸਾਰਾ ਇਕਨੋਮੀ ਦਾ ਪਹੀਆ ਵੀ ਚੱਲੇਗਾ, ਇੰਡਸਟਰੀ ਦਾ ਪਹੀਆ ਵੀ ਚੱਲੇਗਾ। ਤੁਹਾਨੂੰ ਪਤਾ ਇੰਡਸਟਰੀ ਜਿਹੜੀ ਹੈ ਨਾ ਇਸ ਟਾਈਮ, ਬਲਕਿ ਹਰ ਮੁਲਕ ਦੀ ਇੰਡਸਟਰੀ ਹੈ, ਉਹ ਮੁਲਕ ਦੀ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹੁੰਦੀ ਹੈ। ਜੇ ਸਾਡੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਗਈ ਜਾਂ ਉਹ ਖਤਮ ਹੋ ਗਈ ਤੇ ਇਹ ਨਾ ਟੈਕਸਿਸ ਮਿਲਨੇ ਨੇ, ਨਾ ਤੁਹਾਡਾ ਕੋਈ ਗਵਰਨਮੈਂਟ, ਨਾ ਰੋਜ਼ਗਾਰ ਆਏਗਾ, ਨਾ ਗਵਰਨੈਂਸ ਹੋਏਗੀ, ਕੋਈ ਚੀਜ਼ ਨਹੀਂ ਹੋਏਗੀ। ਸਾਰਾ ਨਿਜ਼ਾਮ ਧਰਮ ਬਰਮ ਹੋ ਜਾਏਗਾ। ਸਾਰਿਆਂ ਨਾਲੋਂ ਜ਼ਿਆਦਾ ਇਸ ਟਾਈਮ ਜਿਹੜਾ ਵਕਤ ਹਾਜ਼ਰ ਦਾ ਮੇਨ ਚੀਜ਼ ਜਿਹੜੀ ਹੈ ਉਹ ਵੇ ਕਿ ਇੰਡਸਟਰੀ ਦੇ ਜਿਹੜੇ ਮਸਾਇਲ ਨੇ ਉਹ ਦੂਰ ਕੀਤੇ ਜਾਣ, ਔਰ ਇੰਡਸਟਰੀ ਦਾ ਰਿਵਾਈਵਲ ਬਹੁਤ ਜ਼ਰੂਰੀ ਹੈ। ਇਹਦੀ ਬਕਾ ਬਹੁਤ ਜ਼ਰੂਰੀ, ਇਹਦੀ ਬਕਾ ਹੋਏਗੀ ਤੇ ਮੁਲਕ ਦੀ ਬਕਾ ਹੈ। ਇਸ ਤੋਂ ਇਲਾਵਾ ਜਿਹੜੇ ਗਵਰਨਮੈਂਟ ਨੇ, ਜਿਹੜੇ ਆਏ ਨੇ, ਨਵੀਂ ਗਵਰਨਮੈਂਟ ਆਈ ਹੈ, ਇੱਕ ਉਹਨਾਂ ਦਾ ਮੈਂ ਉਹਦਾ ਐਪਰੀਸ਼ੀਏਟ ਕਰਾਂਗਾ, ਬੜਾ ਖੁਸ਼ਾਇੰਦ ਇਕਦਾਮ ਕੀਤਾ ਆਉਂਦਿਆਂ ਸਾਰ। ਗਵਰਨਮੈਂਟ ਆਫ ਪਾਕਿਸਤਾਨ ਨੇ ਜਿਹੜੇ ਲੋਕਾਂ ਦੇ ਰਿਫੰਡਸ ਰੁਕੇ ਹੋਏ ਸਨ ਐਕਸਪੋਰਟਰਸ ਦੇ ਪਿਛਲੇ 1.5-2 ਸਾਲ ਤੋਂ, ਉਹਨਾਂ ਨੇ ਫੌਰੀ ਤੌਰ ਤੇ ਰਿਲੀਜ਼ ਕੀਤੇ ਨੇ, ਜਿਹੜੀ ਬਹੁਤ ਅੱਛੀ ਗੱਲ ਹੈ। ਇਸੇ ਤਰ੍ਹਾਂ ਦੇ ਇਕਦਾਮਾਤ ਹੋਰ ਕੀਤੇ ਜਾਣ ਜਿਨ੍ਹਾਂ ਨਾਲ ਐਕਸਪੋਰਟ ਨੂੰ ਤਰਵੀਜ ਮਿਲੇ, ਐਕਸਪੋਰਟ ਜ਼ਿਆਦਾ ਹੋਵੇ। ਐਕਸਪੋਰਟ ਜ਼ਿਆਦਾ ਹੋਏਗੀ, ਸਾਡਾ ਫੋਰਨ ਐਕਸਚੇਂਜ ਜ਼ਿਆਦਾ ਆਏਗਾ, ਮੁਲਕ ਨੂੰ ਫਾਇਦਾ ਹੋਏਗਾ। ਇਹ ਉਹ ਚੀਜ਼ਾਂ ਨੇ ਜਿਹੜੀਆਂ ਗਵਰਨਮੈਂਟ ਨੂੰ ਬੜੀਆਂ ਪ੍ਰਾਇੋਰਟਾਈਜ਼ ਕਰਨੀਆਂ ਚਾਹੀਦੀਆਂ ਨੇ। ਇਹ ਚੀਜ਼ਾਂ ਹੋ ਗਈਆਂ ਜਿਸ ਤਰ੍ਹਾਂ ਫੰਡਸ ਰਿਫਾਰਮਸ ਹੋ ਗਏ। ਇਸ ਤੋਂ ਇਲਾਵਾ ਜਿਹੜੀਆਂ ਟੈਕਸ ਰਿਫਾਰਮਸ ਬਹੁਤ ਜ਼ਰੂਰੀ ਨੇ। ਟੈਕਸ ਰਿਫਾਰਮਸ ਦੇ ਵਿੱਚ ਗਵਰਨਮੈਂਟ ਨੂੰ ਇਸ ਤਰ੍ਹਾਂ ਦਾ ਮਾਮਲਾ ਕਰਨਾ ਚਾਹੀਦਾ ਜਿਨ੍ਹਾਂ ਨਾਲ ਇੰਡਸਟਰੀ ਚੱਲ ਸਕੇ। ਇੰਡਸਟਰੀ ਦਾ ਚੱਲਣਾ ਬਹੁਤ ਜ਼ਰੂਰੀ ਹੈ। ਅਜੀ ਇੰਡਸਟਰੀ ਨਾ ਚੱਲੀ ਸਰ ਤੇ ਸਾਡੇ ਤੇ ਆਮ ਡੇਲੀ ਵੇਜਿਸ ਤੇ ਕੰਮ ਕਰਨ ਵਾਲੇ ਸਨਅਤੀ ਮਜ਼ਦੂਰ ਜਿਹੜੇ ਨੇ ਉਹਨਾਂ ਦੀ ਤਾਂ ਕਰੋੜਾਂ 'ਚ ਤਾਦਾਦ ਹੈ, ਉਹ ਤੇ ਮਰ ਜਾਣਗੇ। ਅੱਛਾ ਹਾਜੀ ਸਾਹਿਬ, ਤੁਸੀਂ ਇਹ ਦੱਸੋ ਕਿ ਆਖਦੇ ਨੇ ਕਿ ਕਿਸੇ ਜਗ੍ਹਾ ਦੇ ਉੱਤੇ ਇੱਕ ਬਿਲਡਿੰਗ ਬਣ ਰਹੀ ਹੋਵੇ ਨਾ ਜੀ, ਕਿਸੇ ਵੀ ਮੁਲਕ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਬਹੁਤ ਜ਼ਿਆਦਾ ਹੋ ਰਿਹਾ ਹੋਵੇ ਤੇ ਮੁਲਕ ਦੀਆਂ ਬਹੁਤ ਸਾਰੀਆਂ ਸਨਅਤਾਂ ਚੱਲਦੀਆਂ ਨੇ। ਮਸਲਨ ਇੱਕ ਜਗ੍ਹਾ ਦੇ ਉੱਤੇ ਅਗਰ ਇੱਕ ਬਿਲਡਿੰਗ ਬਣ ਰਹੀ ਹੈ ਤੇ ਇੱਟਾਂ ਦੇ ਜਿਹੜੇ ਭੱਠੇ ਨੇ ਉਹਨਾਂ ਦਾ ਕੰਮ ਵੀ ਚੱਲਦਾ ਹੈ, ਕਿਉਂਕਿ ਇੱਟਾਂ ਵਿਕਦੀਆਂ ਨੇ। ਇਸੇ ਤਰ੍ਹਾਂ ਸੀਮੈਂਟ ਫੈਕਟਰੀ ਦਾ ਸੀਮੈਂਟ ਵਿਕਦਾ ਹੈ, ਬਜਰੀ ਵਾਲਿਆਂ ਦੀ ਬਜਰੀ ਵਿਕਦੀ ਹੈ। ਬਹੁਤ ਸਾਰੇ ਮਤਲਬ ਫੈਕਟਰੀਆਂ ਜਿਹੜੀਆਂ ਨੇ, ਤੁਸੀਂ ਜਿਹੜੇ ਤੁਹਾਡੀਆਂ ਸਟੀਲ ਮਿਲਸ ਨੇ ਉਹਨਾਂ ਦਾ ਸਰੀਆ ਵਿਕਦਾ, ਫੇਰ ਹੀ ਸਰ ਕਿਸੇ ਬਿਲਡਿੰਗ ਦਾ ਸਟਰਕਚਰ ਬਣਦਾ ਨਾ ਜੀ। ਇਸੇ ਤਰ੍ਹਾਂ ਮੇਸਨਸ ਜਿਹੜੇ ਨੇ, ਲੇਬਰ ਜਿਹੜੀ ਉਹਨਾਂ ਨੂੰ ਸਾਰਿਆਂ ਨੂੰ ਰੁਜ਼ਗਾਰ ਮਿਲਦਾ ਹੈ, ਰਾਜਾਂ ਮਜ਼ਦੂਰਾਂ ਨੂੰ ਵੀ। ਤੇ ਸਰੀਆ ਜਿਹੜਾ ਹੈ ਇਹ ਤੇ ਬਿਲਡਿੰਗ ਦਾ ਇੱਕ ਸਭ ਤੋਂ ਅਹਿਮ, ਬਲਕਿ ਉੱਥੇ ਵੀ ਰੀੜ੍ਹ ਦੀ ਹੱਡੀ ਹੈ। ਕਿਸੇ ਵੀ ਬਿਲਡਿੰਗ ਨੇ ਬਣਨਾ ਹੈ ਤੇ ਉਹਦਾ ਸਟਰਕਚਰ ਹੀ ਤਾਂ ਖਲੋਣਾ, ਉਹਨੇ ਕਾਇਮ ਹੀ ਤਾਂ ਹੋਣਾ, ਵਿੱਚ ਸਰੀਆ ਪਏਗਾ। ਤੇ ਜੇ ਅਗਰ ਸਰੀਆ ਮਿੱਲਾਂ ਬੰਦ ਹੁੰਦੀਆਂ ਗਈਆਂ ਤੇ ਕਿਆ ਬਾਕੀ ਸਾਰੇ ਕਾਰੋਬਾਰ ਵੀ ਠੱਪ ਨਹੀਂ ਹੋ ਜਾਣਗੇ ਨਾਲ? ਤੇ ਨਾਲ ਉਹ ਜਿਹੜੇ ਰਾਜ ਮਜ਼ਦੂਰ ਨੇ ਉਹ ਵੀ ਨਹੀਂ ਭੁੱਖੇ ਮਰਨਗੇ। ਜੈਸਾ ਕਿ ਅਸੀਂ ਹੁਣ ਦੇਖ ਰਹੇ ਹਾਂ ਅੱਜ ਕੱਲ੍ਹ, ਤੁਸੀਂ ਦੇਖੋ ਕੰਸਟਰਕਸ਼ਨ ਦਾ ਕੰਮ ਬਹੁਤ ਘਟ ਗਿਆ ਹੈ, ਹੋ ਹੀ ਨਹੀਂ ਰਿਹਾ, ਕਿਉਂਕਿ ਬਿਲਡਿੰਗ ਮਟੀਰੀਅਲ ਇਸ ਕਦਰ ਮਹਿੰਗਾ ਹੋ ਗਿਆ ਹੈ। ਤੁਹਾਡਾ ਆਪਣਾ ਸਰੀਆ ਤੁਸੀਂ ਦੇਖ ਲਓ ਕਿ ਕਿਸ ਕਦਰ ਮਹਿੰਗਾ ਹੋ ਗਿਆ। ਤੇ ਹੁਣ ਸਰ ਆਮ ਆਦਮੀ ਜਿਹੜਾ ਮਿਡਿਆਕਰ ਜਿਹੜਾ ਜਿਹਦੀ ਕੁਵਤ ਖਰੀਦ ਘੱਟ ਹੈ, ਉਹ ਤੇ ਸੋਚ ਵੀ ਨਹੀਂ ਨਾ ਸਕਦਾ ਕਿ ਮੈਂ ਕੋਈ
ਹਾਤੇ ਅੱਧੇ ਹਾਤੇ ਦੀ ਜਗ੍ਹਾ ਲੈ ਕੇ ਤੇ ਉੱਤੇ ਕੋਈ ਮਕਾਨ ਛੱਤ ਲਾਂਗਾ। ਤੇ ਗੌਰਮੈਂਟ ਨੂੰ ਇਹ ਵੀ ਸਾਰੀਆਂ ਗੱਲਾਂ, ਸਾਰੀਆਂ ਇੰਡਸਟਰੀਜ਼ ਦੇ ਮਫਾਦਾਤ, ਆਮ ਆਦਮੀ ਦੇ ਮਫਾਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵੀ ਤੇ ਸੋਚਣਾ ਚਾਹੀਦਾ ਨਾ ਜੀ ਕਿ ਸਰੀਆ ਸਸਤਾ ਕਰਨ। ਸਰੀਆ ਸਸਤਾ ਕਿਸ ਤਰ੍ਹਾਂ ਹੋਏਗਾ ਕਿ ਬਿਜਲੀ ਦੇ ਬਿੱਲ ਘਟਾਉਣ। ਤੁਹਾਨੂੰ ਹੁਣ ਬਿੱਲ ਹੀ ਇੰਨਾ ਜ਼ਿਆਦਾ ਜੋ ਪੈ ਰਿਹਾ ਤੇ ਤੁਸੀਂ ਤੇ ਉਹ ਸਾਰਾ ਕਾਸਟ ਜਿੰਨੀ ਹੈ ਉਹ ਤੁਸੀਂ ਆਪਣੀ ਪ੍ਰੋਡਕਟ ਤੇ ਹੀ ਪਾਣੀ ਹੈ ਨਾ ਜੀ। ਇਹਦੇ ਬਾਰੇ 'ਚ ਤੁਸੀਂ ਕੀ ਕਹੋਗੇ ਕਿ ਅਗਰ ਸਰੀਆ ਜਾਂ ਤੁਹਾਡੀ ਸਟੀਲ ਮਿਲਸ ਜਿਹੜੀ ਹੈ ਇਹਦੇ ਉੱਤੇ ਅਗਰ ਸ਼ਫਕਤ ਕਰਦੀ ਹੈ ਗੌਰਮੈਂਟ, ਜਾਂ ਸਰਪ੍ਰਸਤੀ ਕਰਦੀ ਹੈ, ਜਾਂ ਮਿਲਾਂ ਨੂੰ ਚੱਲਣ ਦਿੰਦੀ ਹੈ, ਤੇ ਇਹਦੇ ਨਾਲ ਕੰਸਟਰਕਸ਼ਨ ਦਾ ਕੰਮ ਵੱਧ ਨਹੀਂ ਜਾਏਗਾ? ਹੋਰ ਬਾਕੀ ਜਿਹੜੇ ਲੋਕ ਬਾਕੀ ਬਿਲਡਿੰਗ ਮਟੀਰੀਅਲ ਬਣਾ ਰਹੇ ਨੇ ਉਹਨਾਂ ਦੀਆਂ ਵੀ ਫੈਕਟਰੀਆਂ ਚੱਲਣਗੀਆਂ, ਰਾਜਾਂ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲੇਗਾ, ਉਹਨਾਂ ਦੀ ਵੀ ਰੋਟੀ ਚੱਲੇਗੀ। ਇਹ ਸਾਰੀਆਂ ਗੱਲਾਂ ਬਜਾ ਨਹੀਂ ਜਿਹੜੀਆਂ ਮੈਂ ਕਹਿ ਰਿਹਾ ਤੁਹਾਡੇ? ਬਿਲਕੁਲ ਤੁਸੀਂ ਬਜਾ ਕਹਿ ਰਹੇ ਹੋ। ਔਰ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਖਾਲੀ ਕੰਸਟਰਕਸ਼ਨ ਦੇ ਨਾਲ 36 ਕਲਸਟਰ ਜਿਹੜੇ ਵਿਵਸਥਾ ਨੇ, ਵਾਹ 36 ਇੰਡਸਟਰੀਆਂ ਚੱਲਦੀਆਂ ਨੇ। ਖਾਲੀ ਇੰਡਸਟਰੀ ਇੱਕ ਨਹੀਂ ਚੱਲਦੀ, ਕੰਸਟਰਕਸ਼ਨ ਦੇ ਨਾਲ 36 ਇੰਡਸਟਰੀਆਂ ਚੱਲ ਪੈਣੀਆਂ ਨੇ। ਵਾਹ ਵਾਹ। ਅਗਰ ਗਵਰਨਮੈਂਟ ਇਹਦੇ ਵੱਲ ਤਵੱਜੋ ਦਿੰਦੀ ਏ ਤੇ ਸਮਝ ਲਓ ਕਿ 36 ਇੰਡਸਟਰੀਆਂ ਦੇ ਵਿੱਚ ਜਾਨ ਆ ਜਾਂਦੀ ਏ। ਔਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਗਵਰਨਮੈਂਟ ਅਗਰ ਬਿਜਲੀ ਦਾ ਟੈਰਿਫ ਥੱਲੇ ਕਰਦੀ ਏ, ਇਹਦੇ ਨਾਲ ਦੇਖੋ ਇੱਕ ਤੁਹਾਡੀ ਸਾਰੀ ਇੰਡਸਟਰੀ 'ਚ ਦੁਬਾਰਾ ਜਾਨ ਪੈ ਜਾਏਗੀ, ਇੰਡਸਟਰੀ ਚੱਲ ਜਾਏਗੀ, ਆਪਣੇ ਪੈਰਾਂ ਤੇ ਖਲੋ ਜਾਏਗੀ। ਜਦੋਂ ਇੰਡਸਟਰੀ ਖਲੋਏਗੀ ਜ਼ਾਹਿਰੀ ਗੱਲ ਹੈ ਇੰਪਲੋਇਮੈਂਟ ਜਨਰੇਟ ਹੋਏਗੀ, ਰੋਜ਼ਗਾਰ ਜਨਰੇਟ ਹੋਏਗਾ ਔਰ ਲੋਕਾਂ ਦੇ ਖੁਸ਼ਹਾਲੀ ਆਏਗੀ। ਇਹ ਇੱਕ ਪਹੀਆ ਹੈਗਾ, ਇਹਨੂੰ ਚਲਾਉਣ ਵਾਸਤੇ ਗਵਰਨਮੈਂਟ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ। ਇਹਨਾਂ ਨੂੰ ਟੈਕਸਾਂ ਨੂੰ ਵੀ ਰੀਕਨਸੀਡਰ ਕਰਨਾ ਚਾਹੀਦਾ ਹੈ। ਇਹਨਾਂ ਨੂੰ ਜਿਹੜੇ ਇਹ ਯੂਟਿਲਿਟੀਜ਼ ਦੇ ਰੇਟ ਨੇ ਇਹਨਾਂ ਨੂੰ ਵੀ ਦੇਖਣਾ ਚਾਹੀਦਾ। ਇੰਡਸਟਰੀ ਨੂੰ ਰਿਲੀਫ ਦੇਣਾ ਚਾਹੀਦਾ ਹੈ। ਹਰ ਮੁਲਕ ਦੇ ਆਪਣੇ ਇੰਡਸਟਰੀ ਨੂੰ ਚਲਾਉਣ ਵਾਸਤੇ ਕੋਸ਼ਿਸ਼ ਕਰਦਾ ਹੈ। ਬੰਗਲਾਦੇਸ਼ ਲੈ ਲਓ, ਆਲੇ ਦੁਆਲੇ ਵਾਲੇ ਸਰਾਊਂਡਿੰਗ ਕੰਟਰੀ ਲੈ ਲਓ, ਉਹ ਹਰ ਜਗ੍ਹਾ ਤੁਸੀਂ ਦੇਖ ਲਓ ਯੂਟਿਲਿਟੀ ਦਾ ਰੇਟ ਉਹਨਾਂ ਦੇ ਕਿਸੇ ਦਾ 5 ਰੁਪਏ ਯੂਨਿਟ ਹੈ, ਕਿਸੇ ਦਾ 10 ਰੁਪਏ ਯੂਨਿਟ ਹੈ, ਔਰ ਸਾਡਾ ਕੰਪੇਅਰ ਕਰੋ 60 ਰੁਪਏ ਯੂਨਿਟ ਇਸ ਦਫਾ ਆਇਆ ਸਾਨੂੰ। ਹੁਣ ਦੱਸੋ ਇੱਕ ਬੰਦਾ ਜਿਹਦਾ ਆਲੇ ਦੁਆਲੇ ਮੁਲਕਾਂ ਦੇ ਵਿੱਚ 5 ਰੁਪਏ ਰੇਟ ਹੈ, ਕਿਤੇ 3 ਰੁਪਏ ਰੇਟ ਹੈ, ਅਸੀਂ ਕਿਸ ਤਰ੍ਹਾਂ ਕੰਪੀਟ ਕਰਾਂਗੇ ਇੰਟਰਨੈਸ਼ਨਲ ਮਾਰਕੀਟ 'ਚ? ਅਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਅਨਕੰਪੈਟੀਟਿਵ ਹੋ ਗਏ ਆ ਤੇ ਲੋਕਲ ਮਾਰਕੀਟ ਸਾਡੀ ਆਲਰੇਡੀ ਡਿਸਟਰਬ ਹੋਈ ਹੈ, ਕਿਉਂਕਿ ਇੰਨੀ ਮਹਿੰਗਾਈ ਹੋ ਗਈ ਹੈ ਕਿ ਲੋਕ ਤੁਹਾਡੀ ਜਿਵੇਂ ਗੱਲ ਕਹਿੰਦੇ ਹੋ 5 ਮਰਲੇ ਦਾ ਕਿ 3 ਮਰਲੇ ਦਾ ਘਰ ਬਣਾਉਣ ਜੋਗੇ ਵੀ ਨਹੀਂ ਹੈ। ਲੋਕਾਂ ਦੇ ਸਾਰੇ ਬਜਟ ਆਊਟ ਹੋ ਗਏ ਨੇ। ਇਹ ਚੀਜ਼ਾਂ ਉਦੋਂ ਹੀ ਹੋਣੀਆਂ ਨੇ ਜਦੋਂ ਗਵਰਨਮੈਂਟ ਇਹਨਾਂ ਦੇ ਬਾਰੇ 'ਚ ਇਹਨਾਂ ਦੇ ਸੁਣੇ, ਇਹਨਾਂ ਦੇ ਜਿਹੜੇ ਮਸਲੇ ਮਸਾਇਲ ਨੇ ਹੱਲ ਕਰੇ, ਟੈਕਸ ਰਿਫਾਰਮਸ ਲਿਆਵੇ, ਆਪਣੇ ਬਿਜਲੀ ਦੇ ਬਿੱਲ ਥੱਲੇ ਲਿਆਵੇ। ਇਹ ਇਹੋ ਜਿਹੀਆਂ ਪਾਲਿਸੀਆਂ ਮੁਰੱਤਬ ਦਿੱਤੀਆਂ ਜਾਣ ਕਿ ਜਿਨ੍ਹਾਂ ਨਾਲ ਸਾਡੀ ਇੰਡਸਟਰੀ ਚੱਲ ਸਕੇ। ਇਹ ਬਹੁਤ ਵੱਡਾ ਕਲਸਟਰ ਹੈ, 36 ਕਲਸਟਰ ਬਹੁਤ ਵੱਡਾ ਹੈ, 36 ਕਲਸਟਰ ਬਹੁਤ ਵੱਡਾ ਹੈ, ਬਹੁਤ ਵੱਡੇ ਇੰਨੇ ਸੈਕਟਰ ਚੱਲਦੇ ਨੇ। ਇਹਦੇ 'ਚ ਤੁਹਾਡੀ ਸਿਰਾਮਿਕ ਟਾਈਲ ਆ ਗਈ, ਇਹਦੇ 'ਚ ਤੁਹਾਡੀ ਸੈਨੀਟਰੀ ਫਿਟਿੰਗਸ ਆ ਗਈ, ਸੈਨੀਟਰੀ ਵੇਅਰ ਆ ਗਏ, ਸਟੀਲ ਆ ਗਿਆ, ਸੀਮੈਂਟ ਇੰਡਸਟਰੀ ਆ ਗਈ, ਪਲਾਸਟਿਕ ਇੰਡਸਟਰੀ ਆ ਗਈ। ਗੋ ਕਿ ਮੁਲਕ ਦਾ ਇੱਕ ਹਿਊਜ ਜਿਹੜੀ ਇੰਡਸਟਰੀ ਉਹ ਚੱਲ ਜਾਏਗੀ। ਇਹਦੇ ਵੱਲ ਗਵਰਨਮੈਂਟ ਨੂੰ ਤਰਜੀਹਾਤ ਦੇਣੀਆਂ ਚਾਹੀਦੀਆਂ ਨੇ, ਇਹਨਾਂ ਦੇ ਮਸਾਇਲ ਸੁਣਨੇ ਚਾਹੀਦੇ ਨੇ, ਮਸਲੇ ਮਸਾਇਲ ਹੱਲ ਕਰਨੇ ਚਾਹੀਦੇ ਨੇ ਤਾਂ ਕਿ ਬੰਦੇ ਸਰਵਾਈਵ ਕਰ ਸਕਣ, ਇੰਡਸਟਰੀ ਸਰਵਾਈਵ ਕਰ ਸਕੇ। ਅੱਛਾ ਹਾਈ ਸਾਹਿਬ, ਤੁਸੀਂ ਇਹ ਦੱਸੋ ਕਿ ਹੁਣ ਤੇ ਚਲੋ ਬਹੁਤ ਜ਼ਿਆਦਾ ਯੂਟਿਲਿਟੀ ਬਿਲਸ ਜਿਹੜੇ ਨੇ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਨੇ, ਤੁਸੀਂ ਜਿਵੇਂ ਫਰਮਾ ਰਹੇ ਹੋ। ਹੁਣ ਇਹਦਾ ਮਤਲਬ ਇਹ ਕਿ ਤੁਹਾਡੇ ਬਿਜ਼ਨਸ ਵੀ ਸਲੋ ਹੋ ਗਏ ਨੇ। ਹੁਣ ਤੁਹਾਡੀ ਉਹ ਸਟਰੈਂਥ ਵੀ ਨਹੀਂ ਰਹੀ ਹੋਣੀ ਮਜ਼ਦੂਰਾਂ ਦੀ ਵੀ, ਜਿੰਨੇ ਤੁਹਾਡੀ ਫੈਕਟਰੀ ਦੇ ਵਿੱਚ ਸਨਅਤੀ ਮਜ਼ਦੂਰ ਅੱਜ ਕੱਲ੍ਹ ਨੇ ਉਹ ਓਨੇ ਨਹੀਂ ਰਹੇ ਹੋਣੇ। ਤੁਸੀਂ ਇਹ ਦੱਸੋ ਕਿ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਪਿਛਲੀ ਦੌਰੇ ਹਕੂਮਤ ਸੀ ਸਾਬਕਾ 2018 ਦੇ ਦੌਰ ਵਿੱਚ, ਉਦੋਂ ਬਿਜਲੀ ਦਾ ਕੀ ਯੂਨਿਟ ਦਾ ਰੇਟ ਸੀ? ਉਦੋਂ ਤੁਹਾਡੇ ਕੰਮ ਕਾਰੋਬਾਰ ਕਿਸ ਤਰ੍ਹਾਂ ਚੱਲਦੇ ਸਨ? ਉਦੋਂ ਤੁਹਾਡੇ ਕੋਲ ਕਿੰਨੇ ਮਜ਼ਦੂਰ ਸਨ? ਫੈਕਟਰੀ 'ਚ ਕਿੰਨੇ ਲੋਕਾਂ ਨੂੰ ਤੁਸੀਂ ਰੁਜ਼ਗਾਰ ਦਿੰਦੇ ਸੋ? ਤੇ ਅੱਜ ਕੱਲ੍ਹ ਕੀ ਹਾਲਾਤ ਨੇ? ਥੋੜ੍ਹਾ ਇਹਦੇ ਬਾਰੇ ਤੇ ਦੱਸੋ। ਸਰ ਜਦੋਂ ਨਵਾਜ਼ ਸ਼ਰੀਫ ਸਾਹਿਬ ਦਾ ਪਹਿਲਾ ਦੌਰ ਸੀ ਉਹ 골ਡਨ ਦੌਰ ਸੀ। ਇੰਨਾ ਕੋ ਕੰਮ ਸੀ ਅਲਹਮਦੁਲਿਲਾ, ਇੰਨਾ ਕੋ ਕੰਮ ਸੀ ਕਿ ਦੱਸ ਨਹੀਂ ਸਕਦੇ ਜੀ। ਯੂਨਿਟ ਦੀ ਜਿਹੜੀ ਪ੍ਰਾਈਸ ਹੈ ਬਿਜਲੀ ਦੀ ਉਦੋਂ ਤਕਰੀਬਨ 20 ਤੋਂ ਵੀ ਥੱਲੇ ਸੀ, 15 ਤੋਂ 20 ਦੇ ਦਰਮਿਆਨ ਸੀ ਜੀ ਜੀ। ਔਰ ਅਸੀਂ ਸਾਡੇ ਕੋਲ ਆਰਡਰ ਨਹੀਂ ਸੀ ਪੂਰੇ ਹੁੰਦੇ। ਅਲਹਮਦੁਲਿਲਾ ਇੰਨੀ ਕੁ ਕੰਸਟਰਕਸ਼ਨ ਜਿਹੜੀ ਇੰਡਸਟਰੀ ਹੈ ਫਲੋਰਿਸ਼ ਕਰ ਰਹੀ ਸੀ, ਇੰਨਾ ਕੋ ਕੰਮ ਸੀ ਕਿ ਸਾਨੂੰ ਸਮਝ ਨਹੀਂ ਸੀ ਆਉਂਦੀ ਕਿਸ ਤਰ੍ਹਾਂ ਕੰਮ ਨੂੰ ਡੀਲ ਕਰਨਾ ਹੈ। ਔਰ ਅਲਹਮਦੁਲਿਲਾ ਉਦੋਂ ਸਾਡੀ ਸਟਰੈਂਥ ਜਿਹੜੀ ਸੀ ਉਦੋਂ ਤਕਰੀਬਨ 2000 ਦੇ ਕਰੀਬ ਸੀ ਜਿਹੜੀ ਸਾਡੀ ਇਸ ਇੱਕ ਫੈਕਟਰੀ ਦੇ ਅੰਦਰ ਸਟਰੈਂਥ ਕੰਮ ਕਰਦੀ ਸੀ। ਉਦੋਂ ਫੁੱਲ ਪ੍ਰੋਡਕਸ਼ਨ ਤੇ ਅਸੀਂ ਚਲਾ ਰਹੇ ਸਾਂ। ਹੁਣ ਸਾਡੀਆਂ ਪ੍ਰੋਡਕਸ਼ਨਾਂ ਵੀ ਡਾਊਨ ਹੋ ਗਈਆਂ ਨੇ, ਸਾਡੀ ਸਟਰੈਂਥ ਵੀ ਆ ਜਾ ਕੇ ਹੁਣ ਤਕਰੀਬਨ 200, 300, 400 ਬੰਦਿਆਂ ਦੇ ਰਹਿ ਗਈ ਹੈ ਇੱਕ ਯੂਨਿਟ ਦੀ। ਤੇ ਉਹ ਦੌਰ ਬਹੁਤ ਅੱਛਾ ਦੌਰ ਸੀ ਉਦੋਂ, ਜਦੋਂ ਦੌਰ ਸਾਰੇ ਬੰਦਿਆਂ ਦੇ ਸਾਰੇ ਮਾਮਲਾਤ ਵੀ ਸਹੀ ਚੱਲਦੇ ਸਨ। ਸਾਰੀ ਇੰਡਸਟਰੀ ਜਿੰਨੀ ਵੀ ਇੰਡਸਟਰੀ ਗੁਜਰਾਂਵਾਲਾ ਦੀ ਸਾਰੀ ਰਵਾਂ ਸੀ। ਇਹ ਹੁਣ ਜਿਹੜੇ ਮਸਾਇਲ ਆਏ ਨੇ ਇਹਦੀ ਵਜ੍ਹਾ ਨਾਲ ਮਾਮਲਾ ਸਾਰੇ ਕਲੋਜ਼ ਹੁੰਦੇ ਥੱਲੇ ਆਉਂਦੇ ਨੇ। ਲੋਕੀ ਹੁਣ ਬਿਲਕੁਲ ਹੀ ਪਰੇਸ਼ਾਨ ਨੇ, ਡਿਸਹਾਰਟ ਹੋਏ ਹੋਏ ਨੇ ਔਰ ਲੋਕ ਆਪਣੀ ਇੰਡਸਟਰੀਆਂ ਬੰਦ ਕਰਨ ਵਾਲੇ ਪਾਸੇ ਜਾ ਰਹੇ ਨੇ ਇਸ ਟਾਈਮ। ਜੀ ਜੀ ਜੀ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ
ਸਾਡੇ ਗੁਜਰਾਂਵਾਲਾ ਸ਼ਹਿਰ ਦੇ ਮਾਰੂਫ ਸਨਅਤਕਾਰ ਤੇ AK ਗਰੁੱਪ ਆਫ ਇੰਡਸਟਰੀਜ਼ ਦੇ ਚੀਫ ਐਗਜ਼ੈਕਟਿਵ ਆਫਿਸਰ ਆਸਿਮ ਇਸ਼ਫਾਕ ਹੋਰਾਂ ਦੀਆਂ ਬੜੀਆਂ ਹੀ ਬਸੀਰਤ ਅਫਰੋਜ਼ ਗੱਲਾਂ ਬਾਤਾਂ ਸੁਣੀਆਂ। ਪਿਆਰਿਓ, ਮੈਂ ਅੱਗੇ ਵੀ ਜਿਵੇਂ ਅਰਜ਼ ਕੀਤੀ ਹੈ ਕਿ ਸਾਡੇ ਹੁਕਮਰਾਨ ਅਲਹਮਦੁਲਿਲਾ ਇਹ ਸਾਡੀ ਖੁਸ਼ਬਖਤੀ ਹੈ ਕਿ ਸਾਡੇ ਵਜ਼ੀਰ ਆਜ਼ਮ ਸਾਹਿਬ, ਸਾਡੀ ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਇੱਕ ਅਜਿਹੇ ਘਰਾਣੇ ਨਾਲ ਤਲਕ ਰੱਖਦੇ ਨੇ ਜਿਹੜੇ ਆਪੂ ਪਾਕਿਸਤਾਨ ਦਾ ਬੜਾ ਵੱਡਾ ਸਨਅਤਕਾਰ ਘਰਾਣਾ ਸੀ। ਬਿਜ਼ਨਸਮੈਨ ਲੋਕ ਨੇ, ਉਹਨਾਂ ਨੂੰ ਇਸ ਚੀਜ਼ ਦਾ ਇਦਰਾਕ ਹੈ, ਉਹ ਜਾਣਦੇ ਨੇ, ਉਹਨਾਂ ਨੂੰ ਸਮਝ ਹੈ ਕਿ ਜੇ ਪਾਕਿਸਤਾਨ ਦੇ ਵਿੱਚ ਮੁਆਸ਼ੀ ਖੁਸ਼ਹਾਲੀ ਨਾ ਆਈ ਤੇ ਮੁਲਕ ਕਦੀ ਤਰੱਕੀ ਯਾਫਤਾ ਨਹੀਂ ਹੋ ਸਕਦਾ। ਤੇ ਮੁਆਸ਼ੀ ਖੁਸ਼ਹਾਲੀ ਤੇ ਤਾਂ ਹੀ ਆਵੇਗੀ ਨਾ ਜਦੋਂ ਸਨਅਤਾਂ ਦਾ ਪਹੀਆ ਚੱਲੇਗਾ। ਪਿਆਰਿਓ, ਚੰਦ ਗੱਲਾਂ ਜ਼ਰੂਰ ਤੁਹਾਡੇ ਅੱਗੇ ਫੇਰ ਦੁਹਰਾਉਣੀਆਂ ਚਾਹਾਂਗਾ। ਆਸਮ ਇਸ਼ਫਾਕ ਹੋਰਾਂ ਦੱਸਿਆ ਕਿ 2018 ਦੇ ਵਿੱਚ ਇਹਨਾਂ ਪਾਕਿਸਤਾਨ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਸੀ ਕਿ ਅਲਹਮਦੁਲਿਲਾ ਉਹਨਾਂ ਦੀ ਫੈਕਟਰੀ ਆਰਡਰਸ ਪੂਰੇ ਨਹੀਂ ਸੀ ਕਰ ਸਕਦੀ। ਉਦੋਂ 2000 ਬੰਦਾ ਇਹਨਾਂ ਦੇ ਬਕੌਲ ਇਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। 2000 ਮਜ਼ਦੂਰਾਂ ਦਾ ਚੁੱਲ੍ਹਾ ਚੱਲਦਾ ਸੀ ਇੱਕ ਫੈਕਟਰੀ ਦੀ ਵਜ੍ਹਾ ਨਾਲ। ਤੇ ਅੱਜ ਉਹ ਮੈਂ ਦੱਸਦੇ ਨੇ ਕਿ 350-400 ਸਟਰੈਂਥ ਰਹਿ ਗਈ ਹੈ ਸਾਡੇ ਕੋਲ ਲੇਬਰ ਦੀ। ਫੈਕਟਰੀ ਵੀ ਤਸਲਸਲ ਨਾਲ ਨਹੀਂ ਚੱਲਦੀ, ਕਦੀ ਚਲਾ ਲੈਂਦੇ ਨੇ, ਕਦੀ ਬੰਦ ਰਹਿੰਦੀ ਹੈ। ਰੇਟ ਇਸ ਕਦਰ ਜ਼ਿਆਦਾ ਹੋ ਗਏ ਨੇ ਬਿਜਲੀ ਦੇ, ਸੂਈ ਗੈਸ ਦੇ, ਕਿ ਫੈਕਟਰੀ ਚਲਾਣਾ ਹੀ ਮੁਹਾਲ ਹੋ ਗਿਆ, ਨਾਮੁਮਕਿਨ ਹੋ ਗਿਆ। ਪਿਆਰਿਓ, ਸਾਡੇ ਵਜ਼ੀਰ ਆਜ਼ਮ ਪਾਕਿਸਤਾਨ, ਸਾਡੀ ਵਜ਼ੀਰ ਆਲਾ ਪੰਜਾਬ ਤੇ ਸਾਡੇ ਵਜ਼ੀਰ ਖਜ਼ਾਨਾ ਨੂੰ, ਸਾਡੇ ਪਾਕਿਸਤਾਨ ਦੀ ਨਵੀਂ ਵਫਾਕੀ ਤੇ ਸੂਬਾਈ ਕਾਬੀਨਾ ਨੂੰ ਇਸ ਅਮਰ ਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਸਾਡੀਆਂ ਅਸੈਂਬਲੀਆਂ ਦੇ ਵਿੱਚ ਐਸੀ ਕਾਨੂੰਨ ਸਾਜ਼ੀ ਕਰਨੀ ਚਾਹੀਦੀ ਹੈ, ਐਸੇ ਮੁਆਸ਼ੀ ਮਨਸੂਬੇ ਬਣਾਉਣੇ ਚਾਹੀਦੇ ਨੇ ਜਿਹਦੇ ਨਾਲ ਸਾਡੇ ਮੁਲਕ ਦੀ ਮਈਸ਼ਤ ਤਰੱਕੀ ਕਰੇ, ਕਾਰਖਾਨੇ ਚੱਲਣ, ਲੋਕਾਂ ਨੂੰ ਰੁਜ਼ਗਾਰ ਮਿਲੇ। ਜ਼ਿਆਦਾ ਤੋਂ ਜ਼ਿਆਦਾ ਹਕੂਮਤ ਨੂੰ ਟੈਕਸ ਇਕੱਠਾ ਹੋ ਸਕੇ, ਕੌਮ ਦਾ ਖਜ਼ਾਨਾ, ਪਾਕਿਸਤਾਨ ਦਾ ਖਜ਼ਾਨਾ ਰੈਵਨਿਊ ਦੇ ਨਾਲ ਭਰੇ, ਸਾਡੀਆਂ ਬਰਾਮਦਾਤ 'ਚ ਇਜ਼ਾਫਾ ਹੋਵੇ, ਜ਼ਰੇ ਮੁਬਾਦਲਾ ਦੇ ਜ਼ਖਾਇਰ ਸਾਡੇ ਵਧਣ। ਸਾਡੀ ਦੁਆ ਹੈ ਇਸ ਪਾਕ ਮਹੀਨੇ ਦੇ ਵਿੱਚ, ਇਹ ਰਮਜ਼ਾਨੁਲ ਮੁਬਾਰਕ ਦਾ ਅੱਲਾ ਪਾਕ ਸੱਚੇ ਸਾਈਂ ਦਾ ਰਹਿਮਤਾਂ ਵਾਲਾ ਮਹੀਨਾ ਹੈ, ਕਿ ਅੱਲਾ ਪਾਕ ਸਾਡੇ ਹੁਕਮਰਾਨਾਂ ਨੂੰ ਇਹ ਤੌਫੀਕ ਅਤਾ ਫਰਮਾਏ, ਉਹਨਾਂ ਨੂੰ ਇਸਤਕਾਮਤ ਤੇ ਇਸਤਤਾਅਤ ਬਖਸ਼ੇ ਕਿ ਉਹ ਪਾਕਿਸਤਾਨ ਦਾ ਤੇ ਪਾਕਿਸਤਾਨੀਆਂ ਦਾ ਵੀ ਕੁਝ ਸੋਚਣ, ਪਾਕਿਸਤਾਨ ਦੀ ਮਈਸ਼ਤ ਦਾ ਕੁਝ ਸੋਚਣ, ਪਾਕਿਸਤਾਨ ਦੀਆਂ ਸਨਅਤਾਂ ਦਾ ਜਿਹੜਾ ਪਹੀਆ ਜਾਮ ਹੋਇਆ ਹੈ, ਰੁਕਿਆ ਹੋਇਆ, ਇਹਦੇ ਚਲਾਉਣ ਵਾਸਤੇ ਸਨਅਤ ਦੋਸਤ ਪਾਲਿਸੀਆਂ ਬਣਾਉਣ। ਤੇ ਪਿਆਰਿਓ, ਜਿਸ ਵੇਲੇ ਅੱਲਾ ਪਾਕ ਦੇ ਕਰਮ ਨਾਲ ਪਾਕਿਸਤਾਨ ਦੇ ਵਿੱਚ ਹਰ ਬੰਦੇ ਦਾ ਕਾਰੋਬਾਰ ਟੁਰ ਪੈਗਾ, ਫੈਕਟਰੀਆਂ ਚੱਲ ਪੈਣਗੀਆਂ, ਲੋਕਾਂ ਨੂੰ ਰੁਜ਼ਗਾਰ ਮਿਲ ਜਾਏਗਾ ਤੇ ਗਵਰਨੈਂਸ ਵੀ ਬਿਹਤਰ ਹੋ ਜਾਏਗੀ। ਤੇ ਪਿਆਰਿਓ, ਜੁਰਾਇਮ ਦੀ ਸ਼ਰ੍ਹਾ ਵੀ ਘਟ ਜਾਏਗੀ। ਭੁੱਖ ਤੋਂ ਵੱਡਾ ਕੋਈ ਜੁਰਮ ਨਹੀਂ ਤੇ ਭੁੱਖ ਤੋਂ ਵੱਡੀ ਤੇ ਗਰੀਬੀ ਤੋਂ ਵੱਡੀ ਕੋਈ ਲਾਨਤ ਨਹੀਂ। ਮਹਿੰਗਾਈ ਤੇ ਗੁਰਬਤ ਤੇ ਬੇਰੁਜ਼ਗਾਰੀ, ਇਹ ਤਰਜੀਹਾਤ ਰੱਖਣੀਆਂ ਚਾਹੀਦੀਆਂ ਨੇ ਸਾਡੇ ਹੁਕਮਰਾਨਾਂ ਨੂੰ ਆਪਣੀਆਂ, ਔਰ ਇਹਨਾਂ ਦੇ ਉੱਤੇ ਜਲਦ ਅਜ਼ ਜਲਦ ਕਾਬੂ ਪਾਉਣਾ ਚਾਹੀਦਾ ਹੈ। ਇਹ ਕੋਈ ਤਰੀਕਾਕਾਰ ਨਹੀਂ ਕਿ ਕਰਜ਼ਾ ਲਈ ਜਾਓ ਤੇ ਉਹ ਅੱਗੋਂ ਜਿਹੜਾ ਕਰਜ਼ਾ ਚੁੱਕਿਆ ਉਹਦੇ ਵਿੱਚੋਂ ਪਿਛਲੇ ਕਰਜ਼ੇ ਲਾਈ ਜਾਓ, ਤੇ ਮਾੜੇ ਤੇ ਫਿਰ ਉੱਥੇ ਹੀ ਖਲੋਤੇ ਰਹੇ। ਐਸੀ ਜਾਮਿਆ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਮੁਲਕ ਤਰੱਕੀ ਕਰੇ, ਮੁਲਕੀ ਸਨਅਤ ਤਰੱਕੀ ਕਰੇ ਤੇ ਆਵਾਮ ਖੁਸ਼ਹਾਲ ਹੋ ਜਾਣ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ,
ਹਾਏ ਚੱਲ